गुड मॉर्निंग एवरीवन। बेटा ਤੁਹਾਡਾ ਟਿਊਜ਼ਡੇ ਨੂੰ ਹੋਇਆ ਸੀ ਰਿਵੀਜ਼ਨ ਟੈਸਟ। ਠੀਕ ਹੈ, ਇੱਕ ਵਾਰੀ ਆਪਾਂ ਡਿਸਕਸ ਕਰ ਲੈਂਦੇ ਹਾਂ। ਉਹ ਪਹਿਲਾਂ ਤੇ ਦੇਖੋ ਕਹਾਣੀ ਵਿੱਚ ਉਹਦੀ ਸੀ ਕਿ ਲੇਖਕ ਮਾਲਕ ਨੂੰ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ। ਕਿਉਂ ਕਰ ਰਿਹਾ ਸੀ? ਠੀਕ ਆਂਸਰ ਲਿਖਿਆ ਵੈਸੇ ਕਾਫੀ ਬੱਚਿਆਂ ਨੇ, ਕਿਉਂਕਿ ਇੱਕ ਤਾਂ ਉਹਨੂੰ ਜਿਹੜੀ ਬੇਰੁਜ਼ਗਾਰੀ ਦਾ ਭਵਿੱਖ ਕੰਬਾ ਰਿਹਾ ਸੀ। ਉਹਨੂੰ ਲੱਗਦਾ ਸੀਗਾ ਕਿ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਨਾਲੋਂ ਬਹੁਤ ਜ਼ਿਆਦਾ ਮਾੜੀ ਹੁੰਦੀ ਹੈ। ठीक है, और सेकेंडली ਉਹਨੂੰ ਲੱਗਦਾ ਸੀਗਾ ਕਿ ਮੇਰੇ ਨਾਲ ਕੋਈ ਸਾਥੀ ਨਹੀਂ ਖੜਾ ਹੈ, ਇਸ ਲਈ ਉਹ ਇਕੱਲੇ ਆਪਣੇ ਹੱਕ ਲਈ ਨਹੀਂ ਲੜਨਾ ਚਾਹੁੰਦਾ ਸੀ। ਇਸ ਲਈ ਉਹ ਹਮੇਸ਼ਾ ਆਪਣੇ ਮਾਲਕ ਤੋਂ ਤਨਖਾਹ ਵਧਾਉਣ ਦੀ ਸੰਕੋਚ ਕਰਦਾ ਸੀ। ਉਹਨੂੰ ਡਰ ਸੀਗਾ ਕਿ ਉਸਦਾ ਮਾਲਕ ਜਿਹੜਾ ਉਸਨੂੰ ਕਿਤੇ ਨੌਕਰੀ ਤੋਂ ਨਾ ਕੱਢ ਦੇਵੇ। ਠੀਕ ਹੈ, ਦੈਨ ਵਨ ਵਰਡ ਕੁਐਸਚਨ ਸੀ, ਦਿਲ ਦੀਆਂ ਮੋਹਰਾਂ ਕਿਹਨਾਂ ਨੂੰ ਕਹਿੰਦੇ ਨੇ? ਲਫ਼ਜ਼ਾਂ ਨੂੰ ਕਹਿੰਦੇ ਨੇ। ਠੀਕ ਹੈ, ਸ਼ਬਦ ਨਹੀਂ ਲਿਖਣਾ ਹੈ ਇਹਦੇ ਵਿੱਚ, ਤੁਸੀਂ ਲਫ਼ਜ਼ ਲਿਖਣਾ ਹੈ। ਰਾਈਟ, जो ਉਹਦੇ ਵਿੱਚ ਗਿਵਨ ਹੋਏਗਾ ਚੈਪਟਰ ਦੇ ਵਿੱਚ ਤੁਸੀਂ ਉਹੀ ਲਿਖਣਾ ਹੈ। ਠੀਕ ਹੈ, ਸੈਕਿੰਡ ਹੈ ਕਿਸੇ ਕਲਮ ਵੇਖਣਾ ਖੇਡਣਾ ਮਿਲਣਾ ਆਦਿ ਨੂੰ ਲੇਖਕ ਕੀ ਕਰਾਰ ਦਿੰਦਾ ਹੈ। ਮੈਂ ਬਹੁਤ ਵਾਰੀ ਤੁਹਾਨੂੰ ਕਰਵਾਇਆ ਸੀ ਕਿ ਇਹ ਕੀ ਨੇ? ਅਸਲੀ ਤਜਰਬਾ ਹੈ। ਠੀਕ ਹੈ, ਤਜਰਬੇ ਨੂੰ ਕਰਾਰ ਦਿੰਦਾ ਉਹ। ਕਿਸ ਦੀ ਕਲਮ ਅਹਿਮਦ ਨਾਈ ਦੀ ਤਰ੍ਹਾਂ ਦੀ ਕੈਂਚੀ ਦੀ ਤਰ੍ਹਾਂ ਚਲਦੀ ਸੀ? ਕਾਰਲਾਈਲ। ਅਗੇਨ ਮੇਰੇ ਕਹਿਣ ਦੇ ਬਾਵਜੂਦ ਵੀ ਮੈਂ ਤੁਹਾਨੂੰ ਦੇਖੋ ਬੋਰਡ ਤੇ ਸਪੈਲਿੰਗ ਵੀ ਲਿਖ ਕੇ ਦਿੱਤੇ ਸੀਗੇ, ਫਿਰ ਵੀ ਕਈ ਬੱਚੇ ਕਾਰਲਾਈਲ ਲਿਖੀ ਜਾ ਰਹੇ ਨੇ, ਲ ਪਿੱਛੇ ਪੈ ਰਿਹਾ ਹੈ। ਠੀਕ ਹੈ, ਨੈਕਸਟ ਹੈ ਕਾਕਾ ਅਸਮਾਨ ਵਿੱਚ ਤਾਰਿਆਂ ਨੂੰ ਦੇਖ ਕੇ ਕੀ ਕਹਿੰਦਾ ਹੈ? ਉਹ ਕੀ ਕਹਿੰਦਾ ਸੀ? ਇਹ ਰੁਪਈਏ ਕੀ ਹਨ? ਪਈਏ ਹਨ। ਕਾਫੀ ਬੱਚੇ ਨੇ ਬਹੁਤ ਅੱਛਾ ਐਕਸਪਲੇਨ ਕੀਤਾ, ਉਹਨਾਂ ਨੇ 2 ਲਾਈਨਾਂ ਵਿੱਚ ਐਕਸਪਲੇਨ ਕੀਤਾ ਕਿ ਰੁਪਈਏ ਜਿਨ੍ਹਾਂ ਨੂੰ ਕਾਕਾ ਪਈਏ ਕਹਿੰਦਾ ਸੀ। ਠੀਕ ਹੈ, ਦੈਨ ਕਿਰਿਆ ਵਿਸ਼ੇਸ਼ਣ ਸੀ। 2-3 ਬੱਚਿਆਂ ਨੇ ਕੱਲਾ ਗਿਣਤੀਵਾਚਕ ਲਿਖ ਦਿੱਤਾ, ਘੜੀ ਮੁੜੀ ਨੂੰ ਚੂਜ਼ ਨਹੀਂ ਕੀਤਾ। ਘੜੀ ਮੁੜੀ ਨੂੰ ਵੀ ਚੂਜ਼ ਕਰਨਾ ਹੈ ਔਰ ਗਿਣਤੀਵਾਚਕ ਵੀ ਲਿਖਣਾ ਹੈ। ਠੀਕ ਹੈ, ਕਿਉਂਕਿ ਤਾਂ ਕਿ ਤਾਂ ਜੋ ਇਹ ਕਾਰਨਵਾਚਕ ਵਿਸ਼ੇਸ਼ਣ ਸਨ। ਫਿਰ ਆਨਾ ਪਿਛੇਤਰ ਲਗਾ ਕੇ। ਠੀਕ ਹੈ, ਆਨਾ ਪਿਛੇਤਰ ਵਿੱਚ ਜੁਰਮਾਨਾ ਹੋ ਗਿਆ, ਸੁਫਿਆਨਾ ਹੋ ਗਿਆ, ਠੀਕ ਹੈ, ਕਾਤਲਾਨਾ ਹੋ ਗਿਆ। ਓਕੇ, ਕਾਫੀ ਲਿਖ ਰਹੇ ਨੇ ਜਿਮ ਖਾਨਾ, ਉਹ ਨਹੀਂ ਲਿਖਣਾ, ਉਹ 100 ਦੇ ਵਿੱਚ ਆਉਂਦਾ ਹੈ ਅਗਰ ਖਾਨਾ ਪੈਂਦਾ ਹੈ ਪਿੱਛੇ। ਠੀਕ ਹੈ, ਦੈਨ ਮੁਹਾਵਰੇ ਸੀ, ਸਿਰਫ ਫੋਰਥ ਲਿਖਨੇ ਸੀ ਇਹਨਾਂ ਦੇ। ਖੇਰੂ ਖੇਰੂ ਹੋ ਜਾਣਾ, ਵਿਛੜ ਜਾਣਾ, ਖਿਚੜੀ ਪਕਾਉਣੀ, ਗੁਪਤ ਸਲਾਹ ਕਰਨੀ। ਸਾਰ ਸ਼ਬਦ ਦਾ ਇੱਕ अर्थ है पूरा करना, दूसरा एक ਤਾਂ ਨਿਚੋੜ ਆਏਗਾ। ਠੀਕ ਹੈ, ਦੂਸਰਾ ਕਿਸੇ ਦੀ ਖਬਰ ਲੈਣਾ ਤੇ ਤੀਸਰਾ ਗੁਜ਼ਾਰਾ ਕਰਨਾ। ਮੈਂ ਮਸਾ ਹੀ ਸਾਰਿਆ ਕੰਮ ਸਾਰਿਆ। ਠੀਕ ਹੈ, ਲਾਸਟ ਸੀ ਅੰਗ ਸ਼ਬਦ ਦੇ 2 ਬਹੁਅਰਥਕ ਸ਼ਬਦ ਲਿਖੋ। ਅੰਗ ਸ਼ਬਦ ਦੇ ਇੱਕ ਤਾਂ ਨਾਲ, ਇੱਕ ਰਿਸ਼ਤੇਦਾਰੀ, ਇੱਕ ਅੰਗ। ਠੀਕ ਹੈ, ਇੱਕ ਬੋਡੀ ਦਾ ਹਿੱਸਾ। ਕਲੀਅਰ ਹੈ? तो इनू बेटा ध्यान ਦੇ ਨਾਲ ਤੁਸੀਂ ਪੇਪਰ ਜਿਹੜਾ ਹੈ ਕਰਨਾ ਹੈ। ਠੀਕ ਹੈ, ਜਦੋਂ ਵੀ ਆਏਗਾ। ਹੁਣ ਤੇ ਚਲੋ ਰਿਵੀਜ਼ਨ ਟੈਸਟ ਸੀ, ਬਟ ਪੇਪਰ ਦੇ ਵਿੱਚ ਇਸ ਤਰ੍ਹਾਂ ਦੀ ਮਿਸਟੇਕ ਛੋਟੀਆਂ ਛੋਟੀਆਂ ਜਿਹੜੀਆਂ ਨੇ ਸਿਲੀ ਮਿਸਟੇਕਸ ਉਹਨਾਂ ਨੂੰ ਨਾ ਕਰੇ। ਕਲੀਅਰ ਹੈ? ਸੋ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਬੱਚੇ ਧਿਆਨ ਰੱਖਣਾ ਹੈ। ਟੈਸਟ ਅੱਗੇ ਕਿਸੇ ਨੂੰ ਫਾਰਵਰਡ ਨਹੀਂ ਕਰਨਾ, ਆਪਣਾ ਟੈਸਟ ਕਰੋ, ਟੀਚਰ ਨੂੰ ਫਟਾਫਟ ਫਾਰਵਰਡ ਕਰੋ। ਠੀਕ ਹੈ, ਹੁਣ ਦੇਖੋ ਅਸੀਂ ਕਾਵ ਰਚਨਾਵਾਂ ਕਰਨੀਆਂ ਨੇ ਅੱਜ। ਪਹਿਲੀ ਕਾਵ ਰਚਨਾ ਹੈ ਸੋ ਕਿਉ ਮੰਦਾ ਆਖੀਏ। ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਇਹਨਾਂ ਨੂੰ ਕਦੇ ਵੀ ਕਵਿਤਾ ਨਹੀਂ ਕਹਿਣਾ ਤੇ ਕਵੀ ਨਹੀਂ ਕਹਿਣਾ। ਠੀਕ ਹੈ, ਲਈਆਂ ਕਿੱਥੋਂ ਹੋਈਆਂ ਨੇ? ਗੁਰਮਤਿ ਕਾਵਿ ਦੇ ਵਿੱਚੋਂ ਦੀ। ਓਕੇ, ਹਮੇਸ਼ਾ ਇਹਨਾਂ ਨੂੰ ਕਹਿਣਾ ਹੈ ਕਿ ਇਹਨਾਂ ਦੇ ਰਚਨਹਾਰ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ। ਇਹ ਕਾਵਿ ਕਿਹੜਾ ਹੈ? ਅਗਰ ਤੁਹਾਨੂੰ ਵਨ ਵਰਡ ਵਿੱਚ ਪੁੱਛਿਆ ਜਾਏ ਤਾਂ ਗੁਰਮਤਿ ਕਾਵਿ। ਓਕੇ, ਸਪੈਲਿੰਗ ਚੈੱਕ ਕਰ ਲਓ ਤੁਸੀਂ, ਵੀ ਲਿਖ ਦਿੰਦੇ ਹੋ, ਬਿਹਾਰੀ ਬਣਾ ਦਿੰਦੇ ਹੋ, ਗੁਰਮਤਿ ਕਾਵਿ ਹੈ। ਠੀਕ ਹੈ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ। ਸ਼ਾਰਟ ਕੁਐਸਚਨ ਵਿੱਚ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਸਿੱਖਾਂ ਦੇ ਪਹਿਲੇ ਗੁਰੂ। ਬਾਣੀ ਕਿਹੜੀ ਹੈ? ਕਿਹੜੀ ਬਾਣੀ ਵਿੱਚੋਂ ਲਈ ਗਈ ਹੈ? ਆਸਾ ਦੀ ਵਾਰ। ਠੀਕ ਹੈ, ਆਸਾ ਦੀ ਵਾਰ ਵਿੱਚੋਂ ਦੀ। ਮਹੱਲਾ ਕਿਹੜਾ ਹੈ? ਪਹਿਲਾ। ਓਕੇ, ਠੀਕ ਹੈ, ਇਹਨੂੰ ਸਾਰਾ ਯਾਦ ਕਰ ਲਿਓ। ਕਲੀਅਰ? ਫਿਰ ਦੇਖੋ ਉਸ ਤੋਂ ਬਾਅਦ ਵਿੱਚ ਪੋਇਮ ਦੇ ਵਿੱਚ ਸੋ ਕਿਉ ਮੰਦਾ ਆਖੀਏ, ਇਸ ਵਿੱਚ ਪੋਇਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਜਿਹੜੀ ਹੈ ਮਹਾਨਤਾ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸਤਰੀ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਠੀਕ ਹੈ, ਤੇ ਉਸਦਾ ਕਦੀ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸਤਰੀ ਕੀ ਹੈ? ਜਗਤ ਦੀ ਜਨਨੀ ਹੈ। ਸਾਰੇ ਜਗਤ ਨੂੰ ਇਸਤਰੀ ਨੇ ਹੀ ਜਨਮ ਦਿੱਤਾ ਹੈ। ਠੀਕ ਹੈ, ਹੁਣ ਜਿਸ ਤਰ੍ਹਾਂ ਤੁਹਾਨੂੰ ਵਰਡਸ ਵੀ ਪੁੱਛੇ ਜਾ ਸਕਦੇ ਨੇ, ਠੀਕ ਹੈ, ਉਹਨਾਂ ਦੇ ਮੀਨਿੰਗ ਤੁਹਾਨੂੰ ਲਿਖਣੇ ਆ ਸਕਦੇ ਨੇ। ਹੁਣ ਪਹਿਲਾ ਵਰਡ ਹੈ ਭੰਡ। ਭੰਡ ਸ਼ਬਦ ਦਾ ਕੀ ਅਰਥ ਹੈ?
ठीक है, इस्त्री। पोएम ਦੇ ਵਿੱਚੋਂ ਦੀ वर्ड पिक करके ਉਹਨਾਂ ਦੇ अर्थ भी पूछे जा सकते हैं। सो ਭੰਡ ਦਾ अर्थ है इस्त्री। इस्त्री ही मनुख ਨੂੰ जन्म ਦਿੰਦੀ है। जम्मी है मतलब जन्म, ठीक है। निम्मी है मतलब बच्चा ਜਿਹੜਾ है ਉਹ ਪਲਦਾ है, ਮਾਂ ਦੀ ਕੋਖ ਵਿੱਚ ਬੱਚਾ ਪਲਦਾ ਹੈ ਤੇ ਉਹਦੇ ਨਾਲ ਹੀ ਮੰਗਣੀ ਐਂਗੇਜਮੈਂਟ ਹੁੰਦੀ ਹੈ, ਉਹਦੇ ਨਾਲ ਹੀ ਵਿਆਹ ਹੁੰਦਾ ਹੈ, ਠੀਕ ਹੈ। ਤੇ ਫਿਰ ਉਹਦੇ ਨਾਲ ਹੀ ਤੁਹਾਡਾ ਜੀਵਨ ਦਾ ਜਿਹੜਾ ਪਰਿਵਾਰਿਕ ਰਸਤਾ ਹੈ, ਪਰਿਵਾਰ ਦਾ ਜਿੰਨਾ ਵੀ ਗ੍ਰਸਤੀ ਜੀਵਨ ਹੈ ਉਹ ਚੱਲਦਾ ਹੈ ਉਹਦੇ ਨਾਲ ਹੀ। ਚੱਲੇ ਰਾਹ मतलब ਰਾਹ ਕਿਹੜਾ ਹੈ, ਪਰਿਵਾਰਿਕ ਰਾਹ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇਸ ਵਿੱਚ ਇਹ ਸਤਰ ਦੇ ਵਿੱਚ ਰਾਹ ਦਾ ਕੀ ਮਤਲਬ ਹੈ ਤਾਂ ਪਰਿਵਾਰਿਕ ਰਸਤਾ, ਠੀਕ ਹੈ। ਤੇ ਜੇ ਇੱਕ ਇਸਤਰੀ ਮਰ ਜਾਂਦੀ ਹੈ ਤਾਂ ਮਨੁੱਖ ਕੀ ਕਰਦਾ ਹੈ, ਦੂਸਰੀ ਇਸਤਰੀ ਦੀ ਭਾਲ ਕਰਦਾ ਹੈ। ਕਿਉਂ? ਕਿਉਂਕਿ ਇਸਤਰੀ ਤੋਂ ਬਿਨਾਂ ਸੰਸਾਰ ਦੀ ਜਾਂ ਪਰਿਵਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਠੀਕ ਹੈ। ਹੁਣ ਇੱਕ ਫੈਮਿਲੀ ਹੈ, ਉਹਦੇ ਵਿੱਚ ਇਸਤਰੀ ਨਾ ਹੋਵੇ ਤਾਂ ਉਹ ਫੈਮਿਲੀ ਚੰਗੇ ਤਰੀਕੇ ਦੇ ਨਾਲ ਨਹੀਂ ਚੱਲੇਗੀ, ਠੀਕ ਹੈ, ਸਿਸਟਮੈਟਿਕਲੀ ਉਹ ਨਹੀਂ ਚੱਲੇਗੀ। ਤੇ ਅਸੀਂ ਉਹ ਵੀ ਇਸਤਰੀ ਨੂੰ ਮਾੜਾ ਕਿਉਂ ਕਹਿ ਰਹੇ ਹਾਂ ਜਿਸ ਨੇ ਰਾਜਿਆਂ ਮਹਾਰਾਜਿਆਂ ਤੱਕ ਨੂੰ ਵੀ ਜਨਮ ਦਿੱਤਾ ਹੈ, ਠੀਕ ਹੈ। ਇਸ ਲਈ ਸਾਨੂੰ ਇਸਤਰੀ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ। ਭੰਡ ਹੀ ਭੰਡ ਉਪਜੇ, ਭੰਡੇ ਬਾਚ ਨਾ ਕੋਈ। ਭੰਡ ਹੀ मतलब ਇੱਕ ਇਸਤਰੀ ਅੱਗੋਂ ਦੂਸਰੀ ਇਸਤਰੀ ਨੂੰ ਜਨਮ ਦਿੰਦੀ ਹੈ ਤਾਂ ਉਹਦੇ ਨਾਲ ਹੀ ਉਤਪਤੀ ਦਾ ਰਾਹ, ਠੀਕ ਹੈ। ਇੱਕ ਇਹ ਵੀ ਪੁੱਛਿਆ ਸੀ ਉਤਪਤੀ ਦਾ ਰਾਹ ਕਿਸ ਤੋਂ ਖੁੱਲਦਾ ਹੈ, ਇਸਤਰੀ ਤੋਂ, ਓਕੇ। ਕਿਉਂਕਿ ਇਸਤਰੀ ਤੋਂ ਹੀ ਅੱਗੇ ਤੋਂ ਅੱਗੇ ਦੁਨੀਆ ਜਿਹੜੀ ਹੈ ਉਹ ਬਣਦੀ ਜਾਂਦੀ ਹੈ। ਨਾਨਕ ਭੰਡੇ ਬਹਾਰਾ ਇੱਕ ਤੋਂ ਸੱਚਾ ਸੋਏ। तो गुरु नानक देव जी कहते ने कि एक इस्त्री पूरे संसार नूं सिरजदी है, जगत की जननी है, पर इस तो उपर भी एक होंद स्वीकारी गई है, वो केड़ी है, परमात्मा की, ठीक है। परमात्मा ने जब कोई इस्त्री ते पुरुष विच कोई भेदभाव नहीं किया, उसने भी दोनों नूं इक्को जिहे अधिकार दिते ने, ठीक है। दोनों नूं हरे उस तरह ही सिरजिया है, ठीक है। शक्ल सूरत दोनों दी मतलब बॉडी पार्ट दोनों दे सेम ने या किस तरह भी है ते ओ मतलब कि जे परमात्मा ने ही इन्हां दोनों दे विच कोई फर्क नहीं किया, इस्त्री दे विच पुरुष दे विच, फिर मनुख इस्त्री दे विच फर्क क्यों कर रहा है, ठीक है। इसलिए वो कहते हैं कि परमात्मा परमपिता परमात्मा ने नहीं ਉਹਦੇ ਵਿੱਚ ਭੇਦਭਾਵ ਕੀਤਾ, ਸੋ ਸਾਨੂੰ ਵੀ ਭੇਦਭਾਵ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ। ਜਿਤ ਮੁਖ ਸਦਾ ਸਲਾਈਏ ਭਾਗਾ ਰਤੀ ਚਾਰ। ਤੇ ਜੇ ਉਹ ਪਰਮਾਤਮਾ ਸਰਵ ਸ਼ਕਤੀਮਾਨ ਨੇ ਇਸਤਰੀ ਨੂੰ ਜਨਮ ਦਿੱਤਾ ਹੈ ਤੇ ਸਾਨੂੰ ਉਸ ਪਰਮਾਤਮਾ ਦੀ ਵੀ ਸਿਫਤ ਕਰਨੀ ਚਾਹੀਦੀ ਹੈ, ਉਸ ਪਰਮਾਤਮਾ ਦਾ ਵੀ ਨਾਮ ਧਿਆਣਾ ਚਾਹੀਦਾ ਹੈ, ਠੀਕ ਹੈ। ਇਹਦੇ ਵਿੱਚ ਪੁੱਛਿਆ ਸੀ ਸਾਨੂੰ ਤੁਹਾਨੂੰ ਭਾਗਾ ਰਤੀ ਚਾਰ, ਠੀਕ ਹੈ। ਰਤੀ ਦਾ ਮਤਲਬ ਤੇ ਮਣੀ ਹੈ, ਰਤੀ ਮਤਲਬ ਮਣੀ, ठीक है, रतन जिहड़ा हुंदा है। पर जो भागा रती चार आ जाए फिर तुसीं कहना है भागा वाला व्यक्ति, ठीक है। फिर मणि नहीं लिखना वर्ड, भागा वाला व्यक्ति जिहड़ा परमात्मा की सिफत करता है, परमात्मा का नाम लैंदा है, वो ही हुंदा है भागा वाला हुंदा है। ते ओही मनुख दी दरबार दे विच प्रवानगी हुंदी है ते उन्हां ही मनुखां दा जिहड़ा मूँह है उस ते उजाला आंदा है, ठीक है। एक अलग ही नूर हुंदा है जो परमात्मा का नाम जपदा है। क्लियर है? पोएम क्लियर बेटा, ठीक है। और इस तो बाद विच सार किता सी आपां, सार कौन सुनाएगा? सार पहला भी किता होया है, ओके प्रभुन। हाँ जी प्रभुन, गुड मॉर्निंग मैम। गुड मॉर्निंग बच्चे। यह काव्य सोक्यो मंदा आखिए रचना गुरमत काव्य विच ली गई है। ਇਸ ਦੇ ਰਚਨਹਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਇਹ ਉਹਨਾਂ ਦੀ ਬਾਣੀ ਆਸਾ ਦੀ ਵਾਰ ਵਿੱਚ ਦਰਜ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਰ ਮਨੁੱਖ ਇਸਤਰੀ ਤੋਂ ਹੀ ਜੰਮਦਾ ਹੈ, ਉਹ ਇਸਤਰੀ ਤੋਂ ਹੀ ਪਲਦਾ ਹੈ, ਇਸਤਰੀ ਨਾਲ ਹੀ ਉਸਦੀ ਮੰਗਣੀ ਹੁੰਦੀ ਹੈ ਤੇ ਇਸਤਰੀ ਨਾਲ ਹੀ ਉਸਦਾ ਵਿਆਹ ਹੁੰਦਾ ਹੈ। ਇਸਤਰੀ ਨਾਲ ਹੀ ਸਾਰੇ ਸੰਸਾਰਿਕ ਸੰਬੰਧ ਜੁੜਦੇ ਹਨ ਤੇ ਜੇ ਇਸਤਰੀ ਨਾ ਹੋਵੇ ਤਾਂ संसार खत्म हो जाएगा। सानू कदे भी इस्त्री नू माड़ा नहीं कहना चाहिए क्योंकि उस इस्त्री ने ही राजे महाराजियां नू जन्म दिता है। इस्त्री तो ही इस्त्री पैदा होंदी है ते इस्त्री तो बिना कोई मनुख नहीं पैदा हुंदा। गुरु जी कहते हैं कि इस्त्री तो बिना सिर्फ एक सत प्रभु परमात्मा ही है। जेड़े मुंह नाल उस प्रभु की सिफत हुंदी है वो भागा वाले बहुत सोहणे ते श्रेष्ठ हुंदे हन। गुरु नानक साहिब जी अंत विच यही कहते हैं कि सानू परमात्मा दा नाम जपना चाहिदा है ते जेड़े लोग परमात्मा दा नाम जपदे हन उन्हां नू सच्ची दरगाह
ਸੱਚੀ ਦਰਗਾਹ ਤੇ ਪ੍ਰਵਾਨਗੀ ਮਿਲਦੀ ਹੈ ਅਤੇ ਉਹਨਾਂ ਦੇ ਮੁਖ ਸਦਾ ही उजले रहते हैं। ठीक है, गुड, राइट। केंद्री भाव आ जाए या विचार या विषय वस्तु आ जाए, तो पहले ही दस्या सीगा कि सेम तुसी केंद्री भाव ही लिखना है, ठीक है। उस तो बाद विच बेटा आपां इहदे शॉर्ट क्वेश्चंस कीते सी, ठीक है। पहला शॉर्ट क्वेश्चंस विच तां यही रचनहार बारे पता होना चाहिए है तुहानू, किहड़ा काव्य है, गुरमुख काव्य है। साडे जिन्ने भी हुण 10th विच काव्य रचनावां ने सारियां गुरमुख काव्य दे विचों ही लईआं गईआं ने, ओके। ते बाणी जे पुछी जावे तां फिर तुसीं कहना है आसा दी वार, जे महला पुछया जावे तां फिर पहला, जे पुछया जावे कि गुरु नानक देव जी सिखां दे पहले गुरु, ठीक है। इस तरह ही भंड शब्द इस्त्री लिए वरत्या गया है। भागा रति चार दा की अर्थ है, भागा वाला व्यक्ति, ठीक है। इस तो इलावा इस रचना विच किस दी महानता नूं दर्शाया गया है, इस रचना विच किसकी महानता नूं दर्शाया गया है, इस्त्री दी महानता नूं, ठीक है। अगर तुहानूं पुछया जावे कि वैसे इदां हुंदा नहीं, बट फिर भी तुहानूं रेडी रहना पड़ेगा, ठीक है। जिस तरह गुरु नानक देव जी ने कितनियां उदासियां कीतियां सी, 4, ठीक है। माता जी दा नाम, ओके सहज, ठीक है, गुड। माता जी दा नाम तृप्ता देवी, पिता जी दा नाम मेहता कालू, ठीक है। जन्म इन्हां दा कित्थे होया सी, ननकाना साहिब विच, जो कि अजकल पाकिस्तान विच है, ठीक है। पूछा नहीं जा सकता, बट बेटा कुछ किया नहीं जा सकता, इसलिए तुसीं हर तरीके दे नाल अपने आप नूं प्रिपेयर करना है, ठीक है, बोर्ड दे पॉइंट ऑफ व्यू दे नाल, ठीक। उस तो बाद विच मनुख नूं अपनी कुख विच कौन पालदा है, स्त्री, ठीक है। जगत जननी कौन है, जगत जननी स्त्री, ठीक है, क्लियर है। फिर अगे है उत्पत्ति का राह किसको खुलता है, अगेन स्त्री, ठीक है। ते जे तुहानू आ जाए कि निमिये का की अर्थ है, निमिये का अर्थ है पालना, ठीक है। उत्थे बुक च दिता होया ना, या तुहानू कई बारी इस तरह की लाइन पूछी जा सकती है, जिस तरह लास्ट लाइन सी नानक ते मुख उजले, किस केड़ी काव्य रचना विचों ली गई है, फिर तुसीं कहोगे कि शोकी मंदा आखिए काव्य रचना विचों ली गई है, ठीक है। कॉमन जी लाइन पूछी जाएगी, ओके। ये भी तुहानू पता होना चाहिए है कि केड़ी कविता सॉरी केड़ी काव्य रचना विचों दी है, ठीक। तो बाद विच ते जे एक स्त्री दी मौत हो जाती है तो मनुख की करता है, हमेशा दूसरी स्त्री दी भाल करता है, ठीक है। ते स्त्री तो बिना किसकी होंद स्वीकारी गई है, स्त्री तो बिना किसकी होंद स्वीकारी गई है, किसकी, परमात्मा दी है, खुशी, ठीक है। तुसी ना स्वीकारी नूं ना स्वीकारी लिख रहे हो, ताकि बच्चे स्वीकारी नहीं होंदा, ठीक है, स्वीकारी हुंदा है, स्वीकारी, ठीक। केदी होंद, परमात्मा दी होंद स्वीकारी गई है। ते जो परमात्मा दा नाम लैंदे ने उन्हां दी संसार दे विच उन्हां दी कदर कित्थे पैंदी है, सच्चे दरबार विच, ठीक है। ते भागां वाला मनुख कौन हुंदा है, भागां वाला मनुख कौन हुंदा है, जो परमात्मा दा नाम लैंदा है, ठीक है। राजे महाराजा नूं किसने जन्म दिता है, राजे महाराजा नूं स्त्री ने जन्म दिता है। काफी क्वेश्चन के आंसर जिहड़े हैं वो सेम ही आएंगे, ठीक है। तो शॉर्ट क्वेश्चन हो गए। उस तो बाद विच आपां लॉन्ग क्वेश्चन कीते सी। पहला ते आपां इह कीता सीगा कि केंद्री भाव लिखो या विचार या सार या विषय वस्तु, ठीक है, फर्स्ट क्वेश्चन। सेकंड है सो क्यों मंदा आखे शब्द विच स्त्री दी महानता दसी गई है, इसका वर्णन करो, ठीक है। स्त्री दी महानता दसी गई है, इसका वर्णन करो। ਇਹਦੇ ਵਿੱਚ ਤੁਸੀਂ ਕੀ ਕਹਿਣਾ ਹੈ, ਆਲਮੋਸਟ ਸਾਰ ਹੀ ਲੈਣਾ ਹੈ केंद्री भाव, ठीक है। पर ਇਹਦੇ ਵਿੱਚ ਤੁਸੀਂ ਹਰ ਇੱਕ ਲਾਈਨ ਨੂੰ ਸਾਰ ਦੀ ਤਰ੍ਹਾਂ ਐਕਸਪਲੇਨ ਨਹੀਂ ਕਰਨਾ, ਸਿਰਫ ਇਹਦੇ ਵਿੱਚ ਇਸਤਰੀ ਦੀ ਮਹਾਨਤਾ ਨੂੰ ਤੁਸੀਂ ਦੱਸਣਾ ਹੈ ਕਿ ਇਸਤਰੀ ਸਾਰੇ ਸੰਸਾਰ ਦੀ ਜਗਤ ਜਨਨੀ ਹੈ, ਉਸ ਤੋਂ ਬਿਨਾਂ ਸੰਸਾਰ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ, ਪਰਿਵਾਰਿਕ ਜੀਵਨ ਇਸਤਰੀ ਤੋਂ ਬਿਨਾਂ ਨਹੀਂ ਚੱਲ ਸਕਦਾ, ठीक है। ਮਨੁੱਖ ਨੂੰ ਹਰ ਇੱਕ ਰਾਹ ਤੇ ਇਸਤਰੀ ਦੇ ਸਾਥ ਦੀ ਲੋੜ ਪੈਂਦੀ ਹੈ, ठीक है। तो इसलिए स्त्री का सानू सत्कार करना चाहिए है, उसका कभी भी निरादर नहीं करना चाहिए, क्योंकि सच्चे परमात्मा ने भी स्त्री नू ही सिरजिया है, ठीक है। इसलिए वो सारे संसार की जगत जननी है, ठीक है। एक असीं होर कीता सी कि तुहाडे विचार अनुसार स्त्री की हस्ती किहो जही है, ਉਹਦੇ ਵਿੱਚ ਤੁਸੀਂ ਆਪਣੇ व्यूज देने सी, ठीक है।
जो तुहानू याद होवे तां तुहानू पॉइंट्स लिखवाए गए थे कुछ, तुसीं ओनू थोड़ा थोड़ा एलैबोरेट करना है। याद है किसी को? नो? पॉइंट्स लिखवाए सी बेटा कि इस्त्री तुहाडे विचार अनुसार इस्त्री दी हस्ती किहो जही है, किदां दी है। पॉइंट्स सीगे पहला तां ममता दी मूरत, ते तुसीं इहनू एक दो लाइनां विच एक्सप्लेन कर देना है, ठीक है। जे तुहानू लगे कि ये लॉन्ग क्वेश्चन विच आ गया है फिर ओदे अकॉर्डिंगली, जे शॉर्ट विच आ गया ते फिर जस्ट तुसीं दसना ही है, ठीक है। जे लॉन्ग आ जाए फिर तुसीं इलैबोरेट कर सकते हो, जिस तरह इस्त्री हस्ती किदां दी है, ममता दी मूरत है, ठीक है। कुर्बानी, कुर्बानी दी मूरत है या कुर्बानी दा मुजस्मा, मतलब कि कुर्बानी दी मूर्ति। किदां कुर्बानी दी मूर्ति है कि इस्त्री देखो की करती है, अपनियां खुशियां जड़ियां है वो कुर्बान कर दिंदी है, सैक्रीफाइस करती है, सब तो पहला अपनी फैमिली नू प्रेफर करती है ना हमेशा, ठीक है। चाहे वो जिन्नी भी दुख तकलीफ विच होवे, हमेशा अपनी फैमिली दे लई वो हर काम करन लई तैयार रहंदी है, ठीक है। और असीं इस्त्री नू की कहने हां, दुर्गा कहंदे हां, ठीक है। सरस्वती कहने हां इस्त्री नू, ठीक है। और की आ सकता है, ममता दी मूरत है, कुर्बानी का मुजस्मा है, सहनशीलता बुद्धिमानी, सहनशीलता दी मूरत है, ठीक है। ਇਹਦੇ ਵਿੱਚ टॉलरेंस पावर ਜਿਹੜੀ ਹੁੰਦੀ है बहुत ज्यादा ਹੁੰਦੀ है, ठीक। ਤੁਸੀਂ ਇਸ ਤਰ੍ਹਾਂ मतलब कि ਕੁਝ ਜਿਹੜੇ ਗੁਣ ਹਨ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਐਕਸਪਲੇਨ ਕਰਨਾ है अगर ਤੁਹਾਨੂੰ लॉन्ग क्वेश्चन ਇਹ आ जाए, ठीक है। हाँ जी, जगत जननी है लिख सकते हो, ठीक है। जगत जननी है, आदमी दे नाल मोढे नाल मोढा जोड़ के, ਉਹ ਤਾਂ बेटा आधुनिक स्थिति ਵਿੱਚ आएगा ना, एक ਆਪਾਂ ਹੋਰ ਕੀਤਾ ਸੀ। ਪਰ ਜਦੋਂ ਇਸਤਰੀ ਦੀ ਹਸਤੀ ਪੁੱਛੀ ਜਾਵੇ ਫਿਰ ਤੁਸੀਂ ਇਹ 4-5 ਪੁਆਇੰਟਸ ਨੇ ਇਹਨਾਂ ਨੂੰ ਇਲੈਬੋਰੇਟ ਕਰਨਾ ਹੈ। ਇੱਕ ਅਸੀਂ ਕੁਐਸਚਨ ਹੋਰ ਕੀਤਾ ਸੀ ਕਿ ਆਧੁਨਿਕ ਸਥਿਤੀ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈ ਉਹਦੇ ਵਿੱਚ ਇਸਤਰੀ ਦੀ ਕੀ ਸਥਿਤੀ ਹੈ, त्रासदिक है या कुछ बदल गई है, ठीक है। फिर ਉਹਦੇ ਵਿੱਚ ਤੁਸੀਂ प्रेजेंटली लिखना है कि आजकल ਜਿਹੜੀ इस्त्री है उसकी हालत पहला वर्गी नहीं रही, वो हुण इस्त्री ਜਿਹੜੀ है वो पढ़ी लिखी है, ठीक है। वो आदमी दे नाल मोढे नाल मोढा, कंधे नाल कंधा ना लिख लियो, मोढे नाल मोढा लिखो पंजाबी विच, ठीक है। मोढे नाल मोढा जोड़ के तुर रही है, वो हर एक खेतर विच, चाहे वो कोई भी खेतर होवे, विज्ञान दा होवे, शिक्षा दा होवे, हर एक खेतर विच वो मर्द दे नाल रल के तुर रही है, ठीक है। ये तुसी आधुनिक स्थिति दे विच लिख देना। ये जां तुहानू पूछा जा सके कि पहला इस्त्री दी जिहड़ी स्थिति सी वो किस तरह दी सी, आधुनिकता हो गया ते हुण पहलां दी स्थिति। पहलां दी स्थिति विच तुसी की लिख सकदे हो, बहुत ही ज्यादा त्रासदिक, ठीक है, त्रासदिक। कि पहला के टाइम ਦੇ ਵਿੱਚ ਇਸਤਰੀ ਦੀ ਸਥਿਤੀ ਜੋ ਸੀ ਉਹ ਬਹੁਤ ਜ਼ਿਆਦਾ ਤਰਾਸਦਿਕ ਸੀ। ਇਹਦੇ ਵਿੱਚ ਇਸਤਰੀ ਨੂੰ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਣ ਦੀ ਕੋਈ, ठीक है, सहज गुड, ठीक है, त्रासदिक स्थिति से उसनों अपने हकों के लिए आवाज उठाने का मौका तक नहीं से दिता जाता, उसनों हमेशा दबाया जाता सी, उसनों घर की चार दीवारी दे विच रखा जाता सी, ठीक है। ते इस्त्री सिर्फ घर नूं चलाउण दे लई ही उसनों कहा जाता सी, ठीक है। और वो बाहर जाके काम करने की कोई भी इजाजत नहीं थी, ठीक है। ये 5-6 बेटा क्वेश्चन बन सकते हैं, इन्हां नूं तुसीं लिख लिओ। किसी नूं हाँ जी ठीक है, प्रभु ने भी कर सकते हो कि पैर की जुत्ती समझा जाता सी, ठीक है। पर अजकल जी जे दोनों तरीके दे नाल जे एक क्वेश्चन का अलग अलग है, आधुनिक हो गया या पहला वाली स्थिति होगी, पर जे क्वेश्चन को कंबाइन करके पूछा जाए कि पहला वाली ते हुण वाली जिहड़ी स्थिति है ਉਹਦੇ ਵਿੱਚ तुलना करो, ठीक है। फिर तुसीं तुलना कर देनी है कि पहला दी किद्दां दी सी हालत ते हुण दी किस तरह दी हालत है। क्लियर है? क्वेश्चन कंबाइन होके भी आ सकता है, अलग अलग होके भी आ सकता है, राइट, ठीक है। या ਇਹਦੇ ਵਿੱਚ कोई होर क्वेश्चन देखो कि मनुख ਜਿਹੜਾ है या मर्द है ਜਾਂ ਇਹ आ सकता है कि संसार की कल्पना इस्त्री तो बिना क्यों नहीं की जा सकती, ठीक है। ये भी क्वेश्चन पूछा जा सकता है, मतलब ये विचों ही देखो काफी सारे क्वेश्चन निकल सकते हैं। या ये आ सकता है लॉन्ग क्वेश्चन विच तुहानू कि इस्त्री तो बिना किसकी होंद स्वीकारी गई है,
फिर तुसी परमात्मा का लिखना ही लिखना है अगर वन वर्ड दे विच पूछ जावे। जे यही लॉन्ग क्वेश्चन पूछे जावे फिर किद्दां करोगे तुसी कि स्त्री तो बिना किसकी होंद स्वीकारी गई है। परमात्मा तो लिखना ही है बट फिर लॉन्ग क्वेश्चन तुसी इहनूं किद्दां एलैबोरेट करोगे। एनीवन किद्दां एलैबोरेट करोगे? तुसी लिखोगे कि परमात्मा दी होंद स्त्री तो बिना स्वीकारी की है क्योंकि परम पिता परमात्मा ने स्त्री अते मनुख दोनों नूं सिरजिया है। ठीक है, उसने स्त्री नूं सिरजिया है तो स्त्री ही संसार दी जगत जननी है। ठीक है, इसलिए सानू स्त्री का सत्कार करना चाहिए है। राइट, उन्होंने इस तरह करके एलैबोरेट कर सकते हो। ठीक, क्लियर है बेटा? पहली काव्य रचना किसी को कोई डाउट होए, कोई शॉर्ट क्वेश्चन, कोई लॉन्ग क्वेश्चन, कोई वर्ड ना समझ लगा होए तो मैंने पूछ लो। फर्स्ट साडी काव्य रचना डन। ओके, नेक्स्ट काव्य रचना। ठीक, श्री गुरु अमरदास जी सिखा दे किन्ने गुरु सन? श्री गुरु अमरदास जी सिखा दे तीसरे गुरु सन। ठीक है, ए काव अगेन गुरमुख काव। ठीक है, जे पूछा जाए कि केड़ी बाणी विचों ली गई है तो बाणी केड़ी आएगी? बाणी 12 तो बाणी 12 तो वधीक। ठीक है, कि जे मुहल्ला पूछा जाए तो फिर मुहल्ला तीजा। ठीक है, श्लोक 12 तो वधीक महला तीसरा। ठीक है, क्लियर? हुण अगर तुहानू ये पूछा जाए कि पोएम दे विच कृपा करके बख्श ले काव्य रचना विच किस बारे गल की गई है, तो ये पूरी की पूरी काव्य रचना विच किस बारे गल की गई है कि जीव आत्मा परमात्मा अगे अरदास कर रही है। ठीक है, जीव आत्मा दी परमात्मा अगे अरदास। परमात्मा की स्पेलिंग बेटा अगेन सही लिखो। क्लियर है? ठीक है, मतलब जीव आत्मा असि मनुख साडे मनुखा दी परमात्मा अगे की अरदास है वो इस काव्य रचना विच कहा गया है। तो देखो पहला है असि खते बहुत कमावदे अंत ना पारावार। ठीक है, खते मतलब की हुंदा है? खते खते पाप गुड खुशी। ठीक है, असि पाप या भुलना। ठीक है, पाप या भुलना कि जीव आत्मा जिहड़ी है वो जदों इस दुनिया ते आंदी है। ठीक है, वो अपनी जिंदगी विच हमेशा पाप कमांदी है, भुलना करती है। कमावदे हुंदा कमाउणा, पाप करती है। ठीक है, अंत ना पारावार, अंत हुंदा बे हिसाब बेशुमार। पारावार मतलब कि जिस नूं पार नहीं किया जा सकता, अनलिमिटेड जिहदी कोई गिनती नहीं है। ठीक है, असी बहुत सारे अपनी जिंदगी में पाप करते हैं जिन्हों की कोई गिनती नहीं है ते हर कृपा करके बख्शे। हर मतलब परमात्मा, इसलिए जीव परमात्मा अगे अरदास करता हुआ यही कहता है कि हे परमात्मा मेरे जिन्ने भी भुलना हैं जिन्ने भी पाप ने तो उन्होंने बख्श लै। बख्श लै मतलब कि उन्होंने गुनाहों की माफी दे, बख्शिश दे। ठीक है, ते क्यों दे? क्योंकि मैं बहुत बड़ा गुनाहगार हाँ, हो पापी वड गुनहारा। ठीक है, मैं बहुत बड़ा पापी हाँ, मैं अपने जीवन में बहुत सारे पाप कमाए ने, भुलना कीतियां ने। इसलिए हे परमपिता परमात्मा तू मेरे जिन्ने भी पाप ने उन्होंने बख्श लै, उन्होंने माफी दे। ठीक है, हर जियो लेखे वार ना आवे। हुण जीवात्मा की कह रही है कि मैं अपनी जिंदगी में बहुत सारे पाप कमाए ने, इन्ने पाप कमाए ने कि मेरे जड़े पापां दा लेखा जोखा है ओदी बारी बहुत देर बाद आएगी। लंबी लाइन विच लगे हुए ने क्योंकि मैं पाप ही बहुत ज्यादा कीते ने। तू बख्श मिलावन हारा, तू की कर इन्हां सारे पापां नूं बख्श लै, माफ कर दे। मिलावन हारा मतलब कि अपने आप विच मिला लै।
ठीक है। मेरे सारे दुखा नू, भुल्लां नू, पापां नू तू माफ करके अपने विच मिला ला। क्योंकि देखो जदों ਇਹ ਕਿਹਾ ਜਾਂਦਾ ਨਾ ਕਿ ਜਦੋਂ ਮਨੁੱਖ ਦੀ ਡੈਥ ਹੁੰਦੀ ਹੈ ਤਾਂ ਜਿਹੜੀ ਉਹਦੀ ਅੰਦਰਲੀ ਆਤਮਾ ਹੈ, ਸਪਿਰਿਟ ਹੈ, ਉਹ ਪਰਮਾਤਮਾ ਵਿੱਚ ਚਲੀ ਜਾਂਦੀ ਹੈ। ਠੀਕ ਹੈ। ਜਿਹੜਾ ਸਰੀਰ ਹੈ ਉਹ ਤਾਂ ਸਾਡਾ ਮਿੱਟੀ ਹੋ ਜਾਂਦਾ ਹੈ। ਠੀਕ ਹੈ। ਉਹ ਸਰੀਰ ਸਾਡਾ ਮਿੱਟੀ ਹੋ ਜਾਂਦਾ ਹੈ ਤੇ ਜਿਹੜੀ ਸਾਡੀ ਰੂਹ ਹੈ ਉਹ ਪਰਮਾਤਮਾ ਦੇ ਕੋਲ ਜਾਂਦੀ ਹੈ। ਉੱਥੇ ਸਾਡੇ ਜਿੰਨੇ ਵੀ ਕਰਮਾਂ ਦਾ ਲੇਖਾ ਜੋਖਾ ਹੈ, ਨਵੇੜਾ ਹੈ, ਉਹ ਹੁੰਦਾ ਹੈ। ਇਸ ਲਈ ਜੀਵ ਆਤਮਾ ਜਿਹੜੀ ਹੈ, ਆਤਮਾ ਕਹਿਣਾ ਹੈ, ਮਨੁੱਖ ਨਹੀਂ ਕਹਿਣਾ। ਠੀਕ ਹੈ। जीव आत्मा परमात्मा तो हमेशा अपने गुनाह की माफी मंगती है। ठीक है। गुर तुठे हर प्रभ मेलिया सब किल विख कट विकार। गुर तुठे मतलब कि प्रभु दी जिहड़े गुरु हैं। हुण देखो साडा एक सच्चा गुरु हुंदा है जो सानू परमात्मा नाल मिलांदा है। गुरु परमात्मा नहीं। ठीक है। गुरु एक कड़ी जो परमात्मा दे नाल मिलांदी है। ते जे किसी नू सच्चा गुरु मिलदा है, सच्चे गुरु ਨੂੰ ਆਪਾਂ ਜਪ ਕੇ ਉਹਦਾ ਨਾਮ ਲੈ ਕੇ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਠੀਕ ਹੈ। ਤੇ ਜੇ ਸੱਚੇ ਗੁਰੂ ਦੀ ਸਾਡੇ ਤੇ ਕਿਰਪਾਲਤਾ ਹੋਵੇ, ਦਇਆ ਦ੍ਰਿਸ਼ਟੀ ਹੋਵੇ ਤਾਂ ਸਾਡੇ ਜਿੰਨੇ ਵੀ ਕਿਲਵਿਖ ਪਾਪ ਹਨ, ਵਿਕਾਰ ਹਨ, ਕੱਟ ਮਤਲਬ ਕੱਟੇ ਜਾਂਦੇ ਹਨ। ਵਿਕਾਰ ਵੀ ਆਪਾਂ ਡਿਸਕਸ ਕੀਤੇ ਸੀ ਨਾ, ਕਿੰਨੇ ਵਿਕਾਰ ਨੇ ਸਾਡੇ, ਕਿੰਨੇ ਵਿਕਾਰ ਨੇ? 5। ਠੀਕ ਹੈ ਪ੍ਰਭੂ, ਕਿਹੜੇ ਕਿਹੜੇ ਸੀ? काम, ओके गुड, क्रोध, लोभ, मोह, हंकार, वेरी गुड सपन। ठीक है। राइट खुशी क्लियर। ये 5 विकार सी साडे, ये कट्टे जाणगे किहदी किरपा दे नाल? जे तुहानू बेटा आ जाए कि किस दी किरपा दे नाल, फिर तुसीं लिखना है गुरु दी किरपा दे नाल, सच्चे गुरु दी किरपा नाल। ठीक है। ते गुरु किस नाल मिलाउंदा है? परमात्मा नाल मिलाउंदा है। ठीक है। फिर जिन्हां हर नाम ध्याया जन नानक पिंजे कर। ਤੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਜਿੰਨੇ ਵਿਕਾਰ ਹਨ ਉਹਨਾਂ ਨੂੰ ਕੱਟ ਕੇ ਪਰਮਾਤਮਾ ਦਾ ਨਾਮ ਜਪਦੇ ਨੇ। ਆਪਾਂ ਪਰਮਾਤਮਾ ਦਾ ਹੀ ਨਾਮ ਜਪਣਾ ਹੈ ਅੰਤ ਵਿੱਚ। ਠੀਕ ਹੈ। ਪਰਮਾਤਮਾ ਦਾ ਨਾਮ ਜਪਦੇ ਨੇ, ਉਹਨਾਂ ਹੀ ਲੋਕਾਂ ਦੀ ਇਸ ਦੁਨੀਆ ਦੇ ਵਿੱਚ ਜੈ ਜੈਕਾਰ ਹੁੰਦੀ ਹੈ। ਮਤਲਬ ਉਹ ਗੁਰਮੁਖ ਵਿਅਕਤੀ ਬਹੁਤ ਭਾਗਾਂ ਵਾਲਾ ਹੁੰਦਾ ਹੈ ਜਿਸ ਨੂੰ ਪਰਮਾਤਮਾ ਦੀ ਅੰਤ ਵਿੱਚ ਪ੍ਰਾਪਤੀ ਹੋ ਜਾਂਦੀ ਹੈ। ਠੀਕ ਹੈ। ਇਹਦੇ ਵਿੱਚ ਕਿਸੇ ਨੂੰ ਕੋਈ ਲਾਈਨ ਨਾ ਸਮਝ ਲੱਗੀ ਹੋਵੇ ਤਾਂ ਮੈਨੂੰ ਪੁੱਛ ਲਓ। क्वेश्चन आंसर, शॉर्ट क्वेश्चन आंसर उस पर कॉल करेंगे। ठीक है बेटा। नैना विकार बेटा हुंदे हन साडियां अंदरलियां कमियां, हर एक मनुख विच हुंदियां हन। ये नहीं कि मेरे विच नहीं है, तुहाडे विच है। हर एक मनुख विच 5 विकार पाए जाते हैं, पर जिहड़ा इन्हां उत्ते कंट्रोल कर लैंदा है वो मनुख हमेशा लिए खुश रहता है। ठीक है। इन्हां नूं आपां कहने हां विकार। लोभ, हमेशा सानू पैसे का लोभ रहिंदा है। मोह माया, सानू दुनिया दे नाल बहुत ज्यादा प्यार है। ਅਸੀਂ हर वक्त ਜਿਹੜੀ है ਉਹ ਚੀਜ਼ਾਂ ਵੱਲ ਅਟਰੈਕਟ ਹੁੰਦੇ ਰਹਿੰਦੇ ਹਾਂ ਕਿ ਉਹਦੇ ਕੋਲ ਇਹ ਵਾਲੇ ਕੱਪੜੇ ਨੇ, ਮੈਂ ਵੀ ਲੈਣੇ ਨੇ। ਠੀਕ ਹੈ। ਮੋਹ ਹੋ ਗਿਆ, ਹੰਕਾਰ, ਅਸੀਂ ਹਮੇਸ਼ਾ ਈਗੋ ਵਿੱਚ ਰਹਿੰਦੇ ਹਾਂ। ਠੀਕ ਹੈ। ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਮੇਰੇ ਤੋਂ ਵੱਡਾ ਹੈ ਹੀ ਕੋਈ ਨਹੀਂ। ਓਕੇ। ਤੇ ਅਸੀਂ ਹਮੇਸ਼ਾ ਗਲਤ ਚੀਜ਼ਾਂ ਵੱਲ ਅਟਰੈਕਟ ਹੁੰਦੇ ਹਾਂ। ਰਾਈਟ। ਇਹ ਹੁੰਦੇ ਨੇ ਵਿਕਾਰ, ਸਾਡੀਆਂ ਅੰਦਰਲੀਆਂ ਕਮੀਆਂ। ਤੇ ਜਿਹੜਾ ਮਨੁੱਖ ਇਹਨਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਉਸਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ओके। परमात्मा की प्राप्ति किस दी मदद दे नाल? सच्चे गुरु की मदद दे नाल। ठीक है। ये है तुहाडी पोएम। जिन्होंने कुछ समझ नहीं लगा मेरे को पूछ लो। शॉर्ट क्वेश्चंस और लॉन्ग क्वेश्चंस वी विल डिस्कस टुमारो। और तुहाडी एक स्टोरी है कुल्फी। ठीक है। चाहे तुहानू रिवीजन टेस्ट में आ गई है पर फिर भी वो आपां एक बार शॉर्ट क्वेश्चन आंसर जरूर करांगे। ओके।